ਉੱਥੇ ਮੈਂ 3 ਸਾਲ ਕੰਮ ਕੀਤਾ ਜੀ ਬਠਿੰਡੇ। ਜਦੋਂ ਮੈਂ ਜੁਆਇਨ ਕੀਤਾ ਉਹਦੀ 422 ਸਟਰੈਂਥ ਸੀ, ਜੀ ਪਰ ਮਾਲਕ ਦੀ ਕਿਰਪਾ ਇੰਨੀ ਰਹੀ ਕਿ ਉਹਦਾ ਡਿਸਿਪਲਿਨ ਇੰਪਰੂਵ ਕੀਤਾ, ਉੱਥੋਂ ਨਕਲ ਜਿਹੜੀ ਖ਼ਤਮ ਕੀਤੀ ਅਤੇ ਮੇਰੇ 2003 ਤੱਕ ਉਹਦੀ ਸਟਰੈਂਥ 2000 ਤੋਂ ਉੱਪਰ ਚਲੀ ਗਈ ਸੀ। ਪਰ ਜਦੋਂ ਮੈਂ ਵੇਖਿਆ ਕਿ ਉੱਥੇ ਐਜੂਕੇਸ਼ਨ ਦੀ ਵੈਲਿਊ ਨਹੀਂ, ਕਿਉਂਕਿ ਸਕੂਲ ਦਾ ਮੈਨੇਜਰ ਇੱਕ ਭਾਵੇਂ ਉਹ ਅਨਪੜ੍ਹ ਹੋਵੇ ਚਾਹੇ ਉਹ ਪੜ੍ਹਿਆ ਲਿਖਿਆ ਹੋਏ, ਉਹ ਪ੍ਰਿੰਸੀਪਲ 'ਤੇ ਇਸ ਤਰ੍ਹਾਂ ਧਾਕ ਜਮਾਉਂਦੇ ਆ ਜਿਵੇਂ ਕਿ ਉਹਨਾਂ ਦੀ ਨਿੱਜੀ ਜਾਇਦਾਦ ਹੁੰਦੀ ਹੈ। ਅਤੇ ਮੈਨੂੰ ਕਹਿੰਦੇ ਵੀ ਕਾਕਾ ਇਵੇਂ ਕਰ, ਸਟ੍ਰੈਸ ਜਿਹੜਾ ਨਾ ਸੁੱਟ ਗਿਆ। ਮੈਂ ਉਹ ਬੈਗ ਜਿਹੜਾ ਹੈ ਗੰਢ ਮਾਰੀ, ਮੋਢੇ 'ਤੇ ਸੁੱਟਿਆ, ਕੋਟ ਪੈਂਟ ਪਾਇਆ ਅਤੇ ਮੈਂ ਟਰੈਸ਼ ਕਰ ਆਇਆ ਜੀ। ਮੈਨੂੰ ਕਹਿੰਦਾ ਤੂੰ ਕਾਮਯਾਬ ਹੈ ਜੀ। ਅਤੇ ਮੈਂ ਆਪਣਾ ਇੰਡੀਪੈਂਡੈਂਟ ਕਾਰੋਬਾਰ ਜਿਹੜਾ ਹੈ ਇਮੀਗ੍ਰੇਸ਼ਨ ਐਂਡ ਲੇਬਰ ਰਾਈਟਸ ਦਾ ਖੋਲ੍ਹ ਲਿਆ ਹੈ, ਜਿਹਦੇ ਵਿੱਚ ਮੈਂ ਲੋਕਾਂ ਦੀ ਮਦਦ ਕਰਦਾ ਹੈ ਕਿ ਕਿਸ ਤਰ੍ਹਾਂ ਇਸ ਕੰਟਰੀ ਦੇ ਵਿੱਚ ਪੱਕੇ ਹੋਣਾ ਹੈ, ਕਿਸ ਤਰ੍ਹਾਂ ਤੁਸੀਂ ਪੇਪਰ ਲੈਣੇ ਆ। ਔਰ ਮੈਂ ਸੇਵਾ ਹੀ ਕਰਦਾ, ਮੈਂ ਕਦੇ ਪੈਸਾ ਮੰਗਿਆ ਨਹੀਂ। ਜੇ ਦੇ ਗਿਆ ਤਾਂ ਠੀਕ ਹੈ, ਨਹੀਂ ਤਾਂ ਨਾ ਸਹੀ। ਇਹਦੇ ਨਾਲ ਨਾਲ ਹੀ ਮੈਂ ਸਿੱਖਸ ਆਫ USA ਦਾ ਜਨਰਲ ਸੈਕਟਰੀ ਹਾਂ। ਚੈਲੰਜਸ ਕੀ ਨੇ ਜੀ ਸਿੱਖਾਂ ਦੇ? ਦੇਖੋ, ਸਿੱਖਾਂ ਦੇ ਚੈਲੰਜ ਹੈ ਇੱਥੇ। ਸਭ ਤੋਂ ਵੱਡਾ ਚੈਲੰਜ ਹੈ ਸਾਡੀ ਪਹਿਚਾਣ ਜਿਹੜੀ ਹੈ, ਸਾਨੂੰ ਅੱਜ ਵੀ ਮੁਸਲਮਾਨ ਸਮਝਿਆ ਜਾਂਦਾ ਹੈ। ਔਰ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ, ਸਾਨੂੰ ਸਲਾਮਾਂ ਲੇਕਣ ਕਹਾਂਗੇ, ਨਾ ਸਤਿ ਸ੍ਰੀ ਅਕਾਲ ਨੱਪਦੇ ਆ। ਇਸ ਦਾ ਕਾਰਨ ਇਹ ਹੈ ਕਿ ਅਸੀਂ ਏਕਾ ਨਹੀਂ ਹੈ ਸਾਡੇ ਵਿੱਚ। ਅਸੀਂ ਆਪਣੇ ਤੱਕ ਸੀਮਤ ਰਹਿ ਗਏ, ਆਪਣੇ ਬਿਜ਼ਨਸ ਤੱਕ ਸੀਮਤ ਰਹਿ ਗਏ ਹਾਂ। ਇਸ ਵਕਤ ਸਾਡੇ ਨਾਲ ਡਾਕਟਰ ਸੁਰਿੰਦਰ ਸਿੰਘ ਗਿੱਲ, ਜੋ ਬਾਲਟੀਮੋਰ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਰਹਿ ਰਹੇ ਨੇ ਅਤੇ ਬਠਿੰਡਾ ਏਰੀਆ ਦੇ ਵਿੱਚ ਇਹਨਾਂ ਵੱਲੋਂ ਲੰਮਾ ਸਮਾਂ ਜਿਹੜਾ ਹੈ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਯੋਗਦਾਨ ਪਾਇਆ ਅਤੇ ਅੱਜ ਕੱਲ੍ਹ ਉਹ ਅਮਰੀਕਾ ਦੇ ਵਿੱਚ ਨੇ। ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਡਾਇਰੈਕਟ, ਕਿਉਂਕਿ ਬਿਨਾਂ ਐਂਕਰ ਤੋਂ ਅਸੀਂ ਤੁਹਾਨੂੰ ਇਹ ਸੁਣਾਵਾਂਗੇ। ਸੋ ਇਹਨਾਂ ਦੀਆਂ ਬਹੁਤ ਅਚੀਵਮੈਂਟਸ ਨੇ। ਇੰਟਰਵਿਊ ਦੇ ਦੌਰਾਨ ਤੁਹਾਨੂੰ ਇਹ ਕਿਤਾਬਾਂ ਦੇ ਕੱਟਸ ਵੀ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਇਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੋ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਪੰਜਾਬ ਰੇਡੀਓ ਜੀ। ਔਰ ਦਾਨੇਵਾਲੀਆ ਸਾਹਿਬ, ਤੁਹਾਡਾ ਵੀ, ਕਿ ਤੁਸੀਂ ਬਠਿੰਡੇ ਤੋਂ ਚੱਲ ਕੇ ਅਮਰੀਕਾ ਮੈਨੂੰ ਲੱਭ ਕੇ ਔਰ ਇੱਕ ਉਸ ਸ਼ਖਸੀਅਤ ਨਾਲ ਤੁਸੀਂ ਗੱਲਬਾਤ ਕਰ ਰਹੇ ਜਿਹੜੀ ਸਿੱਖਸ ਆਫ USA ਸੰਸਥਾ ਦੇ ਸੈਕਟਰੀ ਜਨਰਲ ਹੈ। ਅਤੇ ਮੈਂ ਤੁਹਾਨੂੰ ਜੀ ਆਇਆਂ ਵੀ ਕਹਿਣਾ ਅਤੇ ਧੰਨਵਾਦ ਵੀ ਕਰਦਾ ਤੁਹਾਡਾ। ਗਿੱਲ ਸਾਹਿਬ, ਥੋੜ੍ਹਾ ਜਿਹਾ ਬਠਿੰਡੇ ਚੱਲਦੇ ਹਾਂ। ਬਠਿੰਡੇ ਤੋਂ ਅਮਰੀਕਾ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਅਤੇ ਉੱਥੇ ਕੀ ਤੁਹਾਡਾ ਐਕਟੀਵਿਟੀਜ਼ ਰਹੀਆਂ, ਕਿੱਥੇ ਕਿੱਥੇ ਤੁਸੀਂ ਸਰਵਿਸ ਕੀਤੀ? ਦੇਖੋ ਜੀ, ਮੇਰੀ ਸ਼ੁਰੂਆਤ ਜਿਹੜੀ ਹੈ ਉਹ ਜੰਮੂ ਤੋਂ ਹੈ, BSF ਸਕੂਲ ਤੋਂ। ਪਹਿਲੀ ਮੇਰੀ ਐਂਟਰੀ ਉੱਥੇ ਸੀ। 1 ਸਾਲ ਬਾਅਦ 1981 ਵਿੱਚ ਇਹ ਪੋਸਟ ਨਿਕਲੀ ਸੀ, ਕਿਉਂਕਿ ਬਾਦਲ ਸਾਹਿਬ ਨੇ 3 ਸਕੂਲ ਬਣਾਏ ਸੀ ਪੰਜਾਬ ਵਿੱਚ। ਇੱਕ ਦਮਦਮਾ ਸਾਹਿਬ ਸੀ, ਇੱਕ ਬਾਦਲ ਸੀ, ਤੀਸਰਾ ਕੋਟਲਾ ਸੁਲਤਾਨ ਸਿੰਘ ਵਾਲਾ ਮਜੀਠੇ ਦੇ ਕੋਲ ਮੁਹੰਮਦ ਰਫੀ ਦਾ ਪਿੰਡ ਹੈ। ਤਿੰਨੇ ਪ੍ਰੋਮੀਨੈਂਟ ਜਗ੍ਹਾ ਸੀ। ਔਰ ਜੈ ਸਿੰਘ ਗਿੱਲ ਉਸ ਵੇਲੇ DC ਸਨ, ਜਿਨ੍ਹਾਂ ਨੇ ਮੈਨੂੰ ਸਿਲੈਕਟ ਕਰਕੇ ਬਤੌਰ DPE ਜਿਹੜਾ ਹੈ ਮਾਸਟਰ ਇਨ ਫਿਜ਼ੀਕਲ ਐਜੂਕੇਸ਼ਨ 'ਚ ਮੈਨੂੰ ਟੀਚਰ ਰੱਖਿਆ ਸੀ। ਔਰ ਮੈਂ ਜਦੋਂ ਜੁਆਇਨ ਕੀਤਾ ਤਾਂ ਮੈਂ ਸੋਚਿਆ ਕਿ ਇਹ ਸਕੂਲ ਦੀ ਪ੍ਰਿੰਸੀਪਲਸ਼ਿਪ ਲੈਣੀ ਹੈ ਔਰ ਇਹਦੀਆਂ ਕੀ ਰਿਕੁਆਇਰਮੈਂਟਾਂ, ਅਤੇ ਮੈਨੂੰ ਸਮਝ ਆਇਆ ਕਿ ਇੰਗਲਿਸ਼ ਮੀਡੀਅਮ ਸਕੂਲ ਆ ਅਤੇ ਇਹਦੇ 'ਚ MA ਇੰਗਲਿਸ਼ ਹੋਣਾ ਬੜਾ ਜ਼ਰੂਰੀ ਹੈ। ਮੈਂ MPhil ਕੀਤੀ ਸਪੋਰਟਸ ਸਾਈਕੋਲੋਜੀ 'ਚ, PhD ਸਪੋਰਟਸ ਸਾਇੰਸ 'ਚ, MA ਇੰਗਲਿਸ਼ ਮੈਂ ਪ੍ਰਾਈਵੇਟ ਤੌਰ 'ਤੇ ਕੀਤੀ। ਔਰ 1987 ਦੇ ਵਿੱਚ ਮੈਂ ਉਸ ਸਕੂਲ ਦੀ ਪ੍ਰਿੰਸੀਪਲਸ਼ਿਪ ਜਿਹੜੀ ਹੈ ਉਹ ਮੈਨੂੰ ਮਿਲ ਗਈ। ਔਰ 1987 ਤੋਂ ਲੈ ਕੇ 1999 ਤੱਕ ਮੈਂ ਉਸ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਰਿਹਾ। ਔਰ ਇੱਥੇ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਕਿ ਉਸ ਦੌਰਾਨ ਕਦੇ ਵੀ ਕਿਸੇ ਦੀ ਸੈਕੰਡ ਡਿਵੀਜ਼ਨ ਨਹੀਂ ਆਈ ਬੋਰਡ ਦੇ ਵਿੱਚੋਂ, ਕਿਉਂਕਿ ਅਸੀਂ ਇਸ ਤਰ੍ਹਾਂ ਦੀ ਯਾਰਡ ਸਟਿਕ ਜਿਹੜੀ ਹੈ ਉਹ ਫਿਕਸ ਕੀਤੀ ਹੋਈ ਸੀ ਕਿ ਬੱਚਾ ਜਿਹੜਾ ਹੈ ਉਹ ਆਪਣੇ ਬਲਬੂਤੇ 'ਤੇ ਜਿਹੜਾ ਹੈ ਮਿਹਨਤ ਕਰੇ ਔਰ ਉਹਨਾਂ ਦਾ ਪ੍ਰੋਫੈਸ਼ਨ ਜਿਹੜਾ ਹੈ ਉਹ ਡਿਸਾਈਡ ਕੀਤਾ ਜਾਵੇ, ਜੋ ਕਿ ਅਸੀਂ ਥਰੂ ਮਾਈਂਡ ਟ੍ਰੇਨਿੰਗ 8ਵੀਂ ਦੇ ਵਿੱਚ ਪ੍ਰੋਫੈਸ਼ਨ ਜਿਹੜਾ ਇਹ ਬੱਚੇ ਦਾ ਡਿਸਾਈਡ ਕਰ ਦਿੰਦੇ ਸੀ। ਔਰ ਮੇਰੇ 10 ਬੱਚੇ ਅਮਰੀਕਾ ਦੇ ਵਿੱਚ ਡਾਕਟਰ ਹੈ ਔਰ ਬੜੀਆਂ ਚੰਗੀਆਂ ਚੰਗੀਆਂ ਪੋਸਟਾਂ ਦੇ ਉੱਤੇ ਹਨ। ਔਰ ਉਸ ਸਕੂਲ ਦੇ ਵਿੱਚ ਮਾੜੀ ਕਿਸਮਤ ਕਿ ਮੈਂ ਉਸ ਸਕੂਲ ਨੂੰ ਹਿੰਦੁਸਤਾਨ ਦਾ ਬੈਸਟ ਸਕੂਲ ਬਣਾਉਣਾ ਚਾਹੁੰਦਾ ਸੀ,
ਪਰ ਤੁਹਾਨੂੰ ਪਤਾ ਬਿਊਰੋਕਰੇਟ ਜਿਹੜੇ ਹੈ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਹੈ, ਅਤੇ ਉਹ ਮਨਮਰਜ਼ੀ ਕਰਕੇ ਸਾਡੇ 'ਤੇ ਗਜ਼ ਡਿੱਗੀ 1999 ਵਿੱਚ। ਜਦੋਂ ਗਜ਼ ਡਿੱਗੀ ਹੈ ਅਤੇ ਚਲੋ ਮਾਲਕ ਨੂੰ ਜਿਵੇਂ ਮਨਜ਼ੂਰ ਸੀ, ਸਾਰੇ ਬਿੱਲ ਬੁੱਲ ਚੈੱਕ ਕੀਤੇ ਨਾ, 2 ਸਾਲ ਸੰਤਾਪ ਭੁਗਤਿਆ। ਪਰ ਉਹ ਸੰਤਾਪ ਦੌਰਾਨ ਹੀ ਮੈਂ ਬਠਿੰਡੇ ਪ੍ਰਿੰਸੀਪਲ ਜੁਆਇਨ ਕਰ ਗਿਆ ਏਡਡ ਸਕੂਲ ਦੇ ਵਿੱਚ, ਜਦ ਕਿ ਇਹ ਇੱਕ ਪ੍ਰਾਈਵੇਟ ਸਕੂਲ ਸੀ ਜਿਹੜਾ ਪੰਜਾਬ ਡਿਫੈਂਸ ਸਿਕਿਉਰਿਟੀ ਰਿਲੀਫ ਫੰਡ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਦੇ ਅਧੀਨ ਚੱਲਦਾ ਸੀ, ਦਮਦਮਾ ਸਾਹਿਬ ਡਿਸਟ੍ਰਿਕਟ ਬਠਿੰਡੇ 'ਚ। ਤੇ ਉੱਥੇ ਮੈਂ 3 ਸਾਲ ਕੰਮ ਕੀਤਾ ਜੀ ਬਠਿੰਡੇ। ਜਦੋਂ ਮੈਂ ਜੁਆਇਨ ਕੀਤਾ ਉਹਦੀ 422 ਸਟਰੈਂਥ ਸੀ, ਜੀ ਪਰ ਮਾਲਕ ਦੀ ਕਿਰਪਾ ਇੰਨੀ ਰਹੀ ਕਿ ਉਹਦਾ ਡਿਸਿਪਲਿਨ ਇੰਪਰੂਵ ਕੀਤਾ, ਉੱਥੋਂ ਨਕਲ ਜਿਹੜੀ ਖ਼ਤਮ ਕੀਤੀ, ਅਤੇ ਮੇਰੇ 2003 ਤੱਕ ਉਹਦੀ ਸਟਰੈਂਥ 2000 ਤੋਂ ਉੱਪਰ ਚਲੀ ਗਈ ਸੀ। ਆਸੇ ਪਾਸੇ ਦੇ ਸਕੂਲਾਂ ਦੇ ਪ੍ਰਿੰਸੀਪਲ ਜਿਹੜੇ ਸੀ ਮੈਨੂੰ ਅਪਰੋਚ ਕਰਦੇ ਸੀ ਵੀ ਤੁਸੀਂ ਕਿਹੜੀ, ਤੁਹਾਡੇ ਕੋਲ ਜਾਦੂ ਦੀ ਛੜੀ ਹੈ। ਮੈਂ ਕਿਹਾ ਡਿਸਿਪਲਿਨ, ਮਿਹਨਤ ਅਤੇ ਡੈਡੀਕੇਸ਼ਨ ਜਿਹੜੀ ਹੈ ਜਿਹੜੀ ਹੈ ਉਹ ਲੈ ਕੇ ਜਾਂਦੀ ਹੈ। ਇਹ ਮੇਰਾ ਬਠਿੰਡੇ ਦਾ ਸਫ਼ਰ ਹੈ। ਪਰ ਜਦੋਂ ਮੈਂ ਵੇਖਿਆ ਕਿ ਉੱਥੇ ਐਜੂਕੇਸ਼ਨ ਦੀ ਵੈਲਿਊ ਨਹੀਂ, ਕਿਉਂਕਿ ਸਕੂਲ ਦਾ ਮੈਨੇਜਰ ਇੱਕ, ਭਾਵੇਂ ਉਹ ਅਨਪੜ੍ਹ ਹੋਵੇ ਚਾਹੇ ਉਹ ਪੜ੍ਹਿਆ ਲਿਖਿਆ ਹੋਏ, ਉਹ ਪ੍ਰਿੰਸੀਪਲ 'ਤੇ ਇਸ ਤਰ੍ਹਾਂ ਧਾਕ ਜਮਾਉਂਦੇ ਆ ਜਿਵੇਂ ਕਿ ਉਹਨਾਂ ਦੀ ਨਿੱਜੀ ਜਾਇਦਾਦ ਹੁੰਦੀ ਹੈ। ਅਤੇ ਮੈਂ ਇਹਨਾਂ ਹਾਲਾਤਾਂ 'ਚ ਵੇਖਿਆ ਕਿ ਇੱਥੇ ਵੈਲਿਊ ਨਹੀਂ ਹੈਗੀ। 2003 'ਚ ਮੈਂ ਅਮਰੀਕਾ ਆ ਗਿਆ ਜੀ। ਅਮਰੀਕਾ ਜਦੋਂ ਮੈਂ ਆਪਣੇ ਬ੍ਰਦਰ ਇਨ ਲਾ ਕੋਲ ਆਇਆ, ਹਫ਼ਤਾ ਕੁ ਰਿਹਾ। ਉਹ ਕਹਿੰਦੇ ਜੀ ਸਰਦਾਰ ਜੀ ਆਪਣਾ ਪ੍ਰਬੰਧ ਕਰੋ। ਆਪਾਂ ਉੱਥੋਂ ਅਟੈਚੀ ਚੁੱਕਿਆ, ਅਤੇ ਮੇਰਾ ਕਜ਼ਨ ਰਹਿੰਦਾ ਹੈ ਜੀ ਬਾਲਟੀਮੋਰ, ਉਹ ਆਪ PhD ਸੀ, ਪ੍ਰੋਫੈਸਰ ਰਹੇ ਸੀ ਗਵਾਲੀਅਰ ਕਾਲਜ, ਔਰ ਸਪੋਰਟਸ ਦੇ ਵਿੱਚ ਉਹ ਇੰਟਰਨੈਸ਼ਨਲ ਜਿਮਨਾਸਟਿਕਸ ਦੇ। ਅਤੇ ਉਹਨਾਂ ਕੋਲ ਮੈਂ ਆ ਗਿਆ, ਅਤੇ ਉਹਨਾਂ ਨੇ ਮੈਨੂੰ ਜਦੋਂ ਰਿਸੀਵ ਕੀਤਾ ਅਤੇ ਗੈਸ ਸਟੇਸ਼ਨ 'ਤੇ ਲੈ ਆਏ। ਗੈਸ ਸਟੇਸ਼ਨ 'ਤੇ ਉਹ ਕੰਮ ਕਰਦੇ ਸੀ, ਅਤੇ ਮੈਨੂੰ ਕਹਿੰਦੇ ਵੀ ਕਾਕਾ ਇਵੇਂ ਕਰ, ਸਟ੍ਰੈਸ ਜਿਹੜਾ ਨਾ ਸੁੱਟ ਗਿਆ। ਮੈਂ ਉਹ ਬੈਗ ਜਿਹੜਾ ਹੈ ਗੰਢ ਮਾਰੀ, ਮੋਢੇ 'ਤੇ ਸੁੱਟਿਆ, ਕੋਟ ਪੈਂਟ ਪਾਇਆ, ਅਤੇ ਮੈਂ ਟਰੈਸ਼ ਕਰ ਆਇਆ ਜੀ। ਮੈਨੂੰ ਕਹਿੰਦਾ ਤੂੰ ਕਾਮਯਾਬ ਹੈ ਜੀ। 15 ਦਿਨ ਮੈਨੂੰ ਗੈਸ ਸਟੇਸ਼ਨ 'ਤੇ ਟ੍ਰੇਨਿੰਗ ਦਿੱਤੀ ਜੀ। ਮੈਂ ਬਤੌਰ ਕੈਸ਼ੀਅਰ ਕੰਮ ਆਪਣਾ ਇੱਥੇ ਸ਼ੁਰੂ ਕੀਤਾ। ਕੰਮ ਸ਼ੁਰੂ ਕਰਨ ਤੋਂ ਬਾਅਦ ਮੈਨੂੰ 2 ਮਹੀਨੇ ਬਾਅਦ ਮੈਨੇਜਰ ਬਣਾਤਾ ਜੀ ਓਨਰ ਨੇ। ਮੇਰੀ ਡੈਡੀਕੇਸ਼ਨ, ਮੇਰੀ ਸਿੰਸੈਰਿਟੀ ਔਰ ਵੇਖ ਕੇ ਮੈਂ 3 ਗੈਸ ਸਟੇਸ਼ਨ ਮੈਨੇਜ ਕਰਦਾ ਸੀ। ਔਰ ਗੈਸ ਸਟੇਸ਼ਨਾਂ ਦੇ ਦੌਰਾਨ ਹੀ ਇੱਕ ਪੋਸਟ ਜਿਹੜੀ ਸੀ ਇੱਕ ਨਿਕਲੀ, AFSC ਅਮਰੀਕਨ ਫਰੈਂਡ ਸਰਵਿਸ ਕਮੇਟੀ, ਇੱਕ ਬਹੁਤ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਅਮਰੀਕਾ ਦੀ। ਉਹਦੇ ਵਿੱਚ ਮੈਨੂੰ ਬਤੌਰ ਇਮੀਗ੍ਰੇਸ਼ਨ ਐਂਡ ਲੇਬਰ ਰਾਈਟਸ ਐਕਸਪਰਟ ਰੱਖਿਆ ਗਿਆ, ਔਰ ਮੈਂ ਉਹ 2 ਸਾਲ ਉਹਦੇ ਵਿੱਚ ਕੰਮ ਕੀਤਾ। ਕੰਮ ਕਰਨ ਦੇ ਨਾਲ ਮੈਂ ਲੋਕਾਂ 'ਚ ਇੰਨਾ ਪਾਪੂਲਰ ਹੋ ਗਿਆ, ਕਿਉਂਕਿ ਇਮੀਗ੍ਰੇਸ਼ਨ ਹਰ ਇੱਕ ਵਿਅਕਤੀ ਨੂੰ ਲੋੜ ਹੈ। ਔਰ ਮੈਂ ਗੁਰਦੁਆਰਿਆਂ 'ਚ ਲੈਕਚਰ ਕਰਨੇ, ਉਹਨੂੰ ਕਹਿਣਾ ਵੀ ਫ੍ਰੀ ਸੇਵਾ ਹੈ, ਜੇ ਕਿਸੇ ਨੇ ਫਾਇਦਾ ਲੈਣਾ ਇਹਦਾ ਫਾਇਦਾ ਲੈ ਲਓ। ਅਤੇ 2 ਸਾਲਾਂ ਦੇ ਵਿੱਚ ਮੈਂ ਕੋਈ 100 ਤੋਂ ਉੱਪਰ ਬੰਦਿਆਂ ਨੂੰ ਪੇਪਰ ਦਵਾਏ, ਗ੍ਰੀਨ ਕਾਰਡ ਦਵਾਏ, ਕਿਸੇ ਦੇ ਵਰਕ ਪਰਮਿਟ ਰੁਕੇ ਦਵਾਏ, ਕਿਸੇ ਦੀਆਂ ਬੈਕਗਰਾਊਂਡਾਂ ਚੈੱਕ ਕਰਾਈਆਂ। ਉਸ ਤੋਂ ਉਪਰੰਤ ਮੈਨੂੰ ਜੌਨ ਹੌਪਕਿਨ ਨੇ ਹਾਇਰ ਕਰ ਲਿਆ ਬਤੌਰ ਵਿਜ਼ਿਟਿੰਗ ਪ੍ਰੋਫੈਸਰ ਐਜੂਕੇਸ਼ਨ ਦੇ ਵਿੱਚ। ਪਰ ਮੇਰੀ ਮੁਹਾਰਤ ਸੀ ਮਾਇੰਡ ਟ੍ਰੇਨਿੰਗ ਦੇ ਵਿੱਚ। ਮੈਂ ਟੀਚਰਾਂ ਨੂੰ ਜਿਹੜਾ ਹੈ ਮਾਇੰਡ ਟ੍ਰੇਨਿੰਗ ਦੇ ਵਿੱਚ ਐਕਸਪਰਟ ਕਰਨਾ ਸ਼ੁਰੂ ਕੀਤਾ, ਔਰ 3 ਸਾਲ ਮੈਂ ਉਹ ਪੜ੍ਹਾਉਣ ਤੋਂ ਬਾਅਦ ਫਿਰ ਮੇਰੀ ਰਿਟਾਇਰਮੈਂਟ ਹੋ ਗਈ, ਅਤੇ ਮੈਂ ਆਪਣਾ ਇੰਡੀਪੈਂਡੈਂਟ ਕਾਰੋਬਾਰ ਜਿਹੜਾ ਹੈ ਇਮੀਗ੍ਰੇਸ਼ਨ ਐਂਡ ਲੇਬਰ ਰਾਈਟਸ ਦਾ ਖੋਲ੍ਹ ਲਿਆ ਹੈ, ਜਿਹਦੇ ਵਿੱਚ ਮੈਂ ਲੋਕਾਂ ਦੀ ਮਦਦ ਕਰਦਾ ਹੈ ਕਿ ਕਿਸ ਤਰ੍ਹਾਂ ਇਸ ਕੰਟਰੀ ਦੇ ਵਿੱਚ ਪੱਕੇ ਹੋਣਾ ਹੈ, ਕਿਸ ਤਰ੍ਹਾਂ ਤੁਸੀਂ ਪੇਪਰ ਲੈਣੇ ਹੈ। ਔਰ ਮੈਂ ਸੇਵਾ ਹੀ ਕਰਦਾ, ਮੈਂ ਕਦੇ ਪੈਸਾ ਮੰਗਿਆ ਨਹੀਂ। ਜੇ ਦੇ ਗਿਆ ਤਾਂ ਠੀਕ ਹੈ, ਨਹੀਂ ਤਾਂ ਨਾ ਸਹੀ। ਇਹਦੇ ਨਾਲ ਨਾਲ ਹੀ ਮੈਂ ਸਿਕਸ ਆਫ USA ਦਾ ਜਨਰਲ ਸੈਕਟਰੀ ਹਾਂ, ਜਿਹੜੀ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਮੈਰੀਲੈਂਡ ਹੈ, ਔਰ ਇਹ 7 ਸਟੇਟਾਂ ਦੇ ਵਿੱਚ ਰਨ ਹੋ ਰਹੀ ਹੈ। ਇਹਨਾਂ ਦਾ ਕੰਮ ਹੈ ਜਿਹੜੇ ਹਿੰਦੁਸਤਾਨ ਦੇ ਸਕੂਲ ਹੈ ਉਹਨਾਂ ਦੇ ਬੱਚਿਆਂ ਨੂੰ ਵਰਦੀਆਂ ਦੇਣੀਆਂ, ਸਕਾਲਰਸ਼ਿਪ ਦੇਣੇ। ਜਿਵੇਂ ਆ ਕਿਸਾਨ ਅੰਦੋਲਨ ਸੀ, ਉਹਦੇ ਵਿੱਚ ਅਸੀਂ ਸੇਵਾਵਾਂ ਦਿੱਤੀਆਂ, ਲੱਕੜਾਂ ਭੇਜੀਆਂ, ਪਾਣੀ ਭੇਜਿਆ, ਕੰਬਲ ਭੇਜਿਆ। ਤੋ ਸੋ ਇਹ ਲੋਕ ਸੇਵਾ ਕਰਦੇ ਕਰਦੇ ਪ੍ਰੋਮੀਨੈਂਟ ਸਿੱਖਾਂ ਦੇ ਇੱਕ ਕਿਤਾਬ ਛਪੀ, ਜਿਹਦੇ ਵਿੱਚ 50 ਸਿੱਖ ਲਏ। ਉਹਦੇ ਵਿੱਚ ਵੀ ਦਾਸ ਦਾ ਜਿਹੜਾ ਨਾਂ ਆਇਆ ਹੈ, ਉਹ
ਕਿਤਾਬ ਜਿਹੜੀ ਹੈ ਤੁਹਾਡੇ ਕੋਲ ਹੈ। ਇਸੇ ਤਰ੍ਹਾਂ ਹੀ ਹੂਜ਼ ਹੂ ਇੱਕ ਕਿਤਾਬ ਹੈ ਜਿਹੜੀ 50 ਸਾਲਾਂ ਬਾਅਦ ਛਪਦੀ ਹੈ। ਉਹਦੇ ਵਿੱਚ ਇਕੱਲਾ ਹੀ ਮੈਂ ਹੀ ਟਰਬਨਧਾਰੀ ਸਿੱਖ ਜਿਹੜਾ ਹੈ ਉਹਦੇ ਵਿੱਚ ਐਂਟਰੀ ਲਈ ਹੈ, ਜਿਹਦੇ ਵਿੱਚ 400 ਸਿੱਖ 400 ਸਿੱਖ ਨਹੀਂ 400 ਸ਼ਖਸੀਅਤਾਂ ਪੂਰੇ ਵਰਲਡ ਤੋਂ ਲਈਆਂ ਗਈਆਂ। ਤੇ ਉਹਦੇ ਵਿੱਚ ਇੱਕ ਦਾਸ ਜਿਹੜਾ ਹੈ ਉਹਨੂੰ ਫਰੰਟ ਪੇਜ 'ਤੇ ਜਗ੍ਹਾ ਮਿਲੀ ਹੈ। ਔਰ 2021 ਦਾ ਜਿਹੜਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਆ ਹੂਜ਼ ਹੂ ਦਾ, ਉਹ ਵੀ ਮੈਨੂੰ ਮਿਲਿਆ। ਇਸੇ ਤਰ੍ਹਾਂ ਜਿਹੜੀਆਂ ਮੈਂ ਲੋਕ ਸੇਵਾਵਾਂ ਕਰਦਾ ਹੈ, ਹੈਲਥ ਕੈਂਪ ਦੇ ਵਿੱਚ ਜਾਂ ਸਕੂਲ ਐਜੂਕੇਸ਼ਨ ਪੰਜਾਬੀ ਸਕੂਲ ਰਨ ਕਰਦੇ ਅਸੀਂ ਪਿਛਲੇ 7 ਸਾਲ ਤੋਂ ਇਹਦੇ ਵਿੱਚ ਗੁਰਦੁਆਰੇ ਦੇ ਵਿੱਚ। ਉਹਦੇ ਕਰਕੇ ਮੈਨੂੰ ਮੈਰੀਲੈਂਡ ਗਵਰਨਰ ਨੇ 2014 ਵਿੱਚ ਅਵਾਰਡ ਕੀਤਾ, 2007 'ਚ ਮੈਨੂੰ ਕੈਲੀਫੋਰਨੀਆ ਗਵਰਨਰ ਨੇ ਅਵਾਰਡ ਦਿੱਤਾ। ਇਸ ਤਰ੍ਹਾਂ ਵੱਖ-ਵੱਖ ਸੰਸਥਾਵਾਂ ਤੋਂ ਮੈਨੂੰ ਕਈ ਅਵਾਰਡ ਮਿਲ ਚੁੱਕੇ ਹੈ। ਔਰ ਮੈਂ ਅਵਾਰਡਾਂ ਨੂੰ ਤਰਜੀਹ ਘੱਟ ਦਿੰਦਾ, ਮੈਂ ਲੋਕ ਸੇਵਾ 'ਚ ਜ਼ਿਆਦਾ ਵਿਸ਼ਵਾਸ ਕਰਦਾ, ਜਿਸ ਕਰਕੇ ਸਾਡਾ ਹੁਣ 4 ਜੁਲਾਈ ਨੂੰ ਜਿਹੜੀ ਸਿੱਖਸ ਆਫ USA ਹੈ ਉਹ ਆਪਣੀ ਪਛਾਣ ਟਰਬਨ ਦੀ ਜਿਹੜੀ ਹੈ ਉਹ ਪੇਸ਼ ਕਰਨ ਜਾ ਰਹੀ ਹੈ। ਮੈਰੀਲੈਂਡ ਦੀ ਜਿਹੜੀ ਨੈਸ਼ਨਲ ਪਰੇਡ ਹੈ ਉਹਦੇ ਵਿੱਚ ਅਸੀਂ 75 ਬੰਦਿਆਂ ਦਾ ਜਿਹੜਾ ਹੈ ਕੰਟੀਜੈਂਟ ਲੈ ਕੇ ਜਾਵਾਂਗੇ, ਔਰ ਜਿਹੜਾ ਕਿ ਸਿੱਖਾਂ ਦੀ ਪਹਿਚਾਣ ਨੂੰ ਪੂਰੇ ਵਰਲਡ ਵਿੱਚ ਦਰਸਾਵੇਗਾ। ਧੰਨਵਾਦ ਦਰਸਾਵੇਗਾ। ਹੁਣ ਅਗਲਾ ਸਵਾਲ ਤੁਸੀਂ ਕਰੋ। ਚੈਲੰਜਸ ਕੀ ਨੇ ਜੀ ਸਿੱਖਾਂ ਦੇ? ਦੇਖੋ, ਸਿੱਖਾਂ ਦੇ ਚੈਲੰਜ ਹੈ, ਇੱਥੇ ਸਭ ਤੋਂ ਵੱਡਾ ਚੈਲੰਜ ਹੈ ਸਾਡੀ ਪਹਿਚਾਣ ਜਿਹੜੀ ਹੈ। ਸਾਨੂੰ ਅੱਜ ਵੀ ਮੁਸਲਮਾਨ ਸਮਝਿਆ ਜਾਂਦਾ ਹੈ, ਔਰ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ ਸਾਨੂੰ ਸਲਾਮਾ ਲੇਕਣ ਕਹਾਂਗੇ ਨਾ ਸਤਿ ਸ੍ਰੀ ਅਕਾਲ ਨੱਪਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਅਸੀਂ ਏਕਾ ਨਹੀਂ ਹੈ ਸਾਡੇ ਵਿੱਚ। ਅਸੀਂ ਆਪਣੇ ਤੱਕ ਸੀਮਤ ਰਹਿ ਗਏ, ਆਪਣੇ ਬਿਜ਼ਨਸ ਤੱਕ ਸੀਮਤ ਰਹਿ ਗਏ ਹਾਂ। ਜੇ ਕੋਈ ਸੰਸਥਾ ਬਣੀ ਵੀ ਹੈ ਤਾਂ ਉਹ ਸੰਸਥਾ ਸਿਰਫ ਇੰਡੀਵਿਜੂਅਲ ਤੱਕ ਰਹਿ ਗਈ ਹੈ। ਜਿਵੇਂ ਸਿੱਖਸ ਆਫ ਅਮਰੀਕਾ ਇੱਥੇ ਬਣੀ ਸੀ, ਬੜੀਆਂ ਆਸਾਂ ਸੀ, ਪਰ ਉਹ 2 ਵਿਅਕਤੀਆਂ ਤੱਕ ਸੀਮਤ ਰਹਿ ਗਈ, ਜਿਸ ਕਰਕੇ ਸਿੱਖਸ ਆਫ USA ਜਿਹੜੀ ਹੈ 2 ਸਾਲ ਪਹਿਲਾਂ ਹੋਂਦ ਵਿੱਚ ਆਈ ਹੈ। ਔਰ ਇਹਦੇ ਅੰਡਰ ਜਿਹੜੇ ਕਾਰਜ ਹੈ ਉਹ ਸਿੱਖ ਆਇਡੈਂਟੀਟੀ ਦੇ ਔਰ ਹੇਟ ਐਂਡ ਕ੍ਰਾਈਮ ਦੇ ਜਿਹੜੇ ਹੈ ਉਹ ਮਸਲੇ ਉਠਾਏ ਜਾ ਰਹੇ ਹੈ। ਔਰ ਇਹਦੇ ਨਾਲ ਨਾਲ ਹੀ ਪੋਲੀਟੀਕਲ ਦੇ ਵਿੱਚ ਅਸੀਂ ਆਪਣੇ ਸਿੱਖ ਬੱਚੇ ਸਿੱਖ ਬੱਚੀਆਂ ਲਿਆ ਰਿਹਾ ਕਿ ਤਾਂ ਕਿ ਇਸ ਗੌਰਮੈਂਟ ਨੂੰ ਪਤਾ ਲੱਗ ਸਕੇ, ਇੱਥੋਂ ਦੇ ਆਵਾਮ ਨੂੰ ਪਤਾ ਲੱਗ ਸਕੇ ਵੀ ਸਿੱਖ ਜਿਹੜੀ ਹੈ ਉਹ ਇੱਕ ਵੱਖਰੀ ਕੌਮ ਹੈ, ਉਹਨਾਂ ਦੀ ਵੱਖਰੀ ਪਹਿਚਾਣ ਹੈ। ਔਰ ਸਿੱਖ ਦਾ ਇਤਿਹਾਸ ਜਿਹੜਾ ਭਾਵੇਂ 500-600 ਸਾਲ ਪੁਰਾਣਾ ਹੈ, ਪਰ ਇਹ ਇੱਕ ਆਪਣੀ ਆਇਡੈਂਟੀਟੀ ਰੱਖਦੇ ਆ। ਉਸ ਪਛਾਣ ਨੂੰ ਪੱਕਿਆਂ ਕਰਨ ਵਾਸਤੇ ਸਭ ਤੋਂ ਵੱਡਾ ਸਾਡਾ ਚੈਲੰਜ ਹੇਟ ਐਂਡ ਕ੍ਰਾਈਮ ਅਤੇ ਸਾਡੀ ਆਇਡੈਂਟੀਟੀ ਹੈ। ਕਰੋਨਾ ਕਾਲ ਦੌਰਾਨ ਸਿੱਖਾਂ ਨੇ ਕਾਫੀ ਲੰਗਰ ਲਾਏ ਇੱਥੇ, ਐਂਡ ਉਹਦੀ ਜਿਹੜੀ ਹੈ ਸਲੂਟ ਵੀ ਕੀਤਾ ਗਿਆ ਇੱਥੋਂ ਦੀਆਂ ਡਿਫਰੈਂਟ ਕਾਊਂਟਰੀਜ਼ ਦੇ ਵੱਲੋਂ, ਸਟੇਟ ਵੱਲੋਂ, ਫੈਡਰਲ ਗੌਰਮੈਂਟ ਵੱਲੋਂ। ਕੀ ਉਹਨੇ ਸਿੱਖਾਂ ਨੂੰ ਇੱਕ ਵੱਖਰੀ ਆਇਡੈਂਟੀਟੀ ਜਿਹੜੀ ਹੈ ਦਿਖਾਉਣ ਦੇ ਵਿੱਚ ਕਿੰਨਾ ਕੁ ਯੋਗਦਾਨ ਪਾਇਆ? ਦੇਖੋ, ਇਹ ਇੱਕ ਗੱਲ ਜ਼ਰੂਰ ਸਾਹਮਣੇ ਆਏਗੀ ਕਿ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ 20 ਰੁਪਏ ਵਾਲਾ ਸੱਚਾ ਸੌਦਾ ਕੀਤਾ ਹੈ, ਉਹ ਸੱਚਾ ਸੌਦਾ ਜਿਹੜਾ ਹੈ ਅੱਜ ਪੂਰੇ ਵਰਲਡ ਦੇ ਵਿੱਚ ਲੰਗਰ ਦੇ ਰੂਪ ਵਿੱਚ ਵਿਚਰ ਰਿਹਾ ਹੈ। ਔਰ ਇੱਥੇ ਮੈਂ ਇਹ ਕਹਾਂਗਾ ਵੀ ਸਿੱਖ ਦੇ ਜਿਹੜੀ ਵਿਰਾਸਤ ਹੈ ਜਾਂ ਧਾਰਮਿਕ ਤੌਰ 'ਤੇ ਉਹਨਾਂ ਨੂੰ ਬਖਸ਼ਿਸ਼ ਹੈ ਕਿ ਉਹਨਾਂ ਨੇ ਹਿਊਮੈਨਿਟੀ ਦੀ ਮਦਦ ਕਰਨੀ ਹੈ, ਚਾਹੇ ਨੈਚੁਰਲ ਕਲਾਈਮੇਟ ਹੋਵੇ, ਚਾਹੇ ਕੋਈ ਅਣਸੁਖਾਵੀਂ ਘਟਨਾ ਵਾਪਰ ਜੇ, ਸਿੱਖਾਂ ਨੇ ਉੱਥੇ ਮਦਦ ਕਰਨੀ ਹੈ। ਨਹੀਂ, ਲੰਗਰ ਦੀ ਗੱਲ ਕਰਦਾ, ਜਦੋਂ ਫੂਡ ਦੀ ਇੱਥੇ ਆਈ ਸੀ ਪ੍ਰੋਬਲਮ ਆਈ ਸੀ, ਕਹਿੰਦੇ ਗੁਰਦੁਆਰਿਆਂ ਦੇ ਵਿੱਚੋਂ ਲੰਗਰ ਬਣ ਕੇ ਬੜਾ ਵੰਡਿਆ ਗਿਆ। ਹਾਂ, ਉਹ ਇਸ ਤਰ੍ਹਾਂ ਹੈ ਵੀ ਇੱਥੇ ਲੰਗਰ ਜਿਹੜਾ ਹੈ ਉਹ ਹਰ ਜਗ੍ਹਾ ਭੇਜਿਆ ਗਿਆ ਹੈ ਜਿੱਥੇ ਕੈਂਪ ਲੱਗੇ ਹੈ ਜਾਂ ਲੋਕੀ ਬਾਹਰ ਨਹੀਂ ਆ ਸਕਦੇ ਸੀ, ਤੇ ਸਿੱਖਾਂ ਨੇ ਜਿਹੜਾ ਹੈ ਘਰੋਂ ਘਰੀ ਲੰਗਰ ਜਿਹੜੇ ਹੈ ਪੈਕ ਕਰਕੇ ਵੀ ਭੇਜੇ ਹੈ। ਔਰ ਜਿੱਥੇ ਕਿਤੇ ਟੀਕਾਕਰਨ ਹੁੰਦਾ ਸੀ ਜਾਂ ਜਿੱਥੇ ਡਾਕਟਰਾਂ ਦੇ ਕੋਲ ਮਰੀਜ਼ ਜਾਂਦੇ ਸੀ, ਉੱਥੇ ਉਹਨਾਂ ਨੇ ਨਿੱਜੀ ਵੀ ਜਿਹੜੀ ਹੈ ਮਦਦ ਕੀਤੀ ਹੈ, ਲੰਗਰ ਦੀ ਮਦਦ ਕੀਤੀ ਹੈ, ਔਰ ਲਾਸ਼ਾਂ ਜਲਾਉਣ ਦੇ ਵਾਸਤੇ ਵੀ ਇੱਥੇ ਜਿਹੜੀ ਹੈ ਉਹ ਮਦਦ ਕੀਤੀ ਹੈ। ਸਿੱਖਾਂ ਨੇ ਕਰੋਨੇ ਤੋਂ ਡਰੇ ਨਹੀਂ, ਉਹ ਕਹਿੰਦੇ ਨੈਚੁਰਲ ਕਲੈਮਿਟੀ ਹੈ, ਇਹਦੇ ਵਿੱਚ ਅਸੀਂ ਇਸ ਤਰ੍ਹਾਂ ਮਦਦ ਕਰਾਂਗੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਦਾ ਲੰਗਰ ਜਿਹੜਾ ਹੈ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਜਿਹੜਾ ਹੈ ਉਹ ਸੇਵਾ ਕੀਤੀ ਹੈ।
ਡਾਕਟਰ ਸਾਹਿਬ ਲਾਸਟ ਦੇ ਵਿੱਚ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਕੋਈ ਜਿਹੜੀ ਹੈ ਫੋਨ ਨੰਬਰ ਵਗੈਰਾ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਸਾਡੇ ਇੱਥੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਕੋਈ ਵੀ ਅਸਾਈਲਮ ਬਾਰੇ ਜਾਂ ਕੋਈ ਕੇਸਿਸ ਬਾਰੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ, ਹੋਰ ਮਦਦ ਦੀ ਲੋੜ ਹੋਵੇ, ਕਿਵੇਂ ਕਰਨਾ। ਮੈਂ ਡਾਕਟਰ ਸੁਰਿੰਦਰ ਸਿੰਘ ਗਿੱਲ, ਮੇਰਾ ਫ਼ੋਨ ਨੰਬਰ 4434549702 4434549702 ਹੈ। ਔਰ ਮੈਂ ਇਹਦੇ ਨਾਲ ਹੀ ਸੰਦੇਸ਼ ਵੀ ਦੇਣਾ ਚਾਹਾਂਗਾ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਰਾਜਨੀਤੀ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਹੋਂਦ ਜਿਹੜੀ ਹੈ, ਆਪਣੀਆਂ ਜਿਹੜੀਆਂ ਮੁਸ਼ਕਲਾਂ ਹੈ ਉਹ ਸਰਕਾਰੀ ਦਰਬਾਰੇ ਦੱਸ ਸਕਣ ਔਰ ਕਮਿਊਨਿਟੀ ਦੀ ਜਿਹੜੀ ਸੇਵਾ ਕਰ ਸਕਣ। ਧੰਨਵਾਦ।